सत श्री अकाल, तुसीं देख रहे हो पंजाब मेल USA TV। मैं वरुण कौर मान। खबरां दे बुलेटिन 'ਚ ਤੁਹਾਡਾ ਸਵਾਗਤ। खबरां दे बुलेटिन ਦੇ स्पॉन्सर रियल एस्टेट ब्रोकर मोहन चीमा। रियल एस्टेट ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। पेश ने ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਨੇ ਚੀਨੀ ਨਾਗਰਿਕਾਂ ਦੇ ਸਲਾਨੀ ਵੀਜ਼ੇ ਕੀਤੇ ਮੁਅੱਤਲ। ਫਿਲੀਪੀਨਜ਼ ਦੀ ਸੈਰ ਸਪਾਟਾ ਸਕੱਤਰ ਨੇ ਕਿਹਾ ਵਾਪਸ ਆਉਣਾ ਚਾਹੁੰਦੇ ਨੇ ਭਾਰਤੀ ਵਿਦਿਆਰਥੀ। अमेरिका मिसिसिपी बराबर तनख्वाह कानून लागू करने वाला बनेगा आखिरी सूबा। अमेरिका लंबे समय तो रिपब्लिकन सैनेटर रहे ऑरेन हैच की मौत। रूस ने विस्फोटक समग्री बनाने वाली यूक्रेनी फैक्ट्री ते कीता हमला। अमरीकी रक्षा के विदेश मंत्री कर सकते ने कीता दौरा। ते हुणे ना खबरां दा विस्तार। ਭਾਰਤ ਨੇ ਚੀਨੀ ਨਾਗਰਿਕਾਂ ਨੂੰ ਜਾਰੀ ਟੂਰਿਸਟ ਵੀਜ਼ੇ ਮੁਅੱਤਲ ਕਰ ਦਿੱਤੇ ਨੇ। ਕੌਮਾਂਤਰੀ ਹਵਾਈ ਆਵਾਜਾਈ ਐਸੋਸੀਏਸ਼ਨ ਵੱਲੋਂ 20 ਅਪ੍ਰੈਲ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਭਾਰਤ ਵੱਲੋਂ ਚੀਨ ਦੀਆਂ ਯੂਨੀਵਰਸਿਟੀਜ਼ ਵਿੱਚ ਰਜਿਸਟਰਡ ਕਰੀਬ 22,000 ਭਾਰਤੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਚੀਨ ਕੋਲ ਉਠਾਈਆਂ ਜਾਂਦੀਆਂ ਨੇ। ਇਹ ਵਿਦਿਆਰਥੀ ਉੱਥੇ ਜਾ ਕੇ ਕਲਾਸਾਂ ਲਾਉਣ ਤੋਂ ਅਸਮਰਥ ਨੇ। ਚੀਨ ਨੇ ਹਾਲੇ ਤੱਕ ਇਹਨਾਂ ਵਿਦਿਆਰਥੀਆਂ ਨੂੰ ਦੇਸ਼ ਵਿੱਚ ਆਉਣ ਦੀ ਆਗਿਆ ਨਹੀਂ ਦਿੱਤੀ ਹੈ। ਸਾਲ 2020 ਵਿੱਚ कोरोना महामारी कारण इन्हां विद्यार्थियों को अपनी पढ़ाई अध विचाले छड्ड के भारत परतना पिया सी। भारत संबंधी 20 अप्रैल को जारी एक हुक्म विच IATA ने कहा कि चीन ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਟੂਰਿਸਟ ਵੀਜ਼ੇ ਹੁਣ ਵੈਲਿਡ ਨਹੀਂ ਹਨ। IATA ਨੇ ਇਹ ਵੀ ਕਿਹਾ ਕਿ 10 ਸਾਲ ਦੀ ਵੈਧਤਾ ਵਾਲੇ ਟੂਰਿਸਟ ਵੀਜ਼ੇ ਹੁਣ ਵੈਲਿਡ ਨਹੀਂ ਨੇ। IATA ਲਗਭਗ 290 ਮੈਂਬਰਾਂ ਵਾਲੀ ਇੱਕ ਗਲੋਬਲ 에ਅਰਲਾਈਨ ਸੰਸਥਾ ਹੈ। ਫਿਲੀਪੀਨਜ਼ ਦੀ ਸੈਰ ਸਪਾਟਾ ਸਕੱਤਰ ਬਰਨਾਡੇਟ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਵਿੱਚ ਪੜ ਰਹੇ ਕੋਵਿਡ ਕਾਰਨ ਵਤਨ ਪਰਤ ਗਏ ਕਈ ਭਾਰਤੀ ਵਿਦਿਆਰਥੀ ਇੱਥੇ ਵਾਪਸ ਆਉਣਾ ਚਾਹੁੰਦੇ ਨੇ। ਮਨੀਲਾ 'ਚ 22 ਅਪ੍ਰੈਲ ਨੂੰ ਖਤਮ ਹੋਈ ਵਿਸ਼ਵ ਯਾਤਰਾ ਤੇ ਸੈਰ ਸਪਾਟਾ ਪਰਿਸ਼ਦ ਆਲੀ ਸੰਮੇਲਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿਆਤ ਨੇ ਕਿਹਾ ਕਿ ਉਹਨਾਂ ਨੇ ਭਾਰਤੀ ਵਿਦਿਆਰਥੀਆਂ ਦੇ ਫਿਲੀਪੀਨਜ਼ ਵਾਪਸ ਆਉਣ ਦੇ ਮੁੱਦੇ ਤੇ ਆਪਣੇ ਭਾਰਤੀ ਹਮਰੁਤਬਾ ਨਾਲ ਚਰਚਾ ਕੀਤੀ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਫਿਲੀਪੀਨਜ਼ ਵਿੱਚ ਕਰੀਬ 16,000 ਭਾਰਤੀ ਵਿਦਿਆਰਥੀ ਸਨ। ਵਧੇਰੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ। ਕਈਆਂ ਨੇ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਭਾਰਤ ਤੋਂ ਵਾਪਸ ਆਉਣ ਦੀ ਇੱਛਾ ਪ੍ਰਗਟ ਕੀਤੀ ਹੈ। ਉਹਨਾਂ ਨੇ ਕਿਹਾ ਕਿ 1 ਅਪ੍ਰੈਲ ਨੂੰ ਸੈਲਾਨੀਆਂ ਲਈ ਦੇਸ਼ ਨੂੰ ਫਿਰ ਤੋਂ ਖੋਲ੍ਹੇ ਜਾਣ ਤੋਂ ਬਾਅਦ ਭਾਰਤੀ ਸੈਲਾਨੀ ਫਿਲੀਪੀਨਜ਼ ਆ ਰਹੇ ਨੇ। ਉਹਨਾਂ ਨੇ ਸੰਮੇਲਨ ਵਿੱਚ ਭਾਰਤੀ ਸੈਰ ਸਪਾਟਾ ਸਕੱਤਰ ਅਰਵਿੰਦ ਸਿੰਘ ਨਾਲ ਵੀ ਗੱਲਬਾਤ ਕੀਤੀ। ਪੁਆਤ ਨੇ ਕਿਹਾ ਕਿ ਭਾਰਤ ਦਸੰਬਰ ਵਿੱਚ ਸੈਰ ਸਪਾਟਾ ਮੰਤਰੀਆਂ ਦੇ ਆਲਮੀ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਮਿਸਿਸਿਪੀ ਅਮਰੀਕਾ ਦਾ ਆਖਰੀ ਸੂਬਾ ਹੋਏਗਾ ਜੋ ਸਮਾਨ ਕੰਮ ਲਈ ਔਰਤ ਤੇ ਮਰਦ ਨੂੰ ਬਰਾਬਰ ਤਨਖਾਹ ਦਾ ਕਾਨੂੰਨ ਲਾਗੂ ਕਰੇਗਾ। ਰਿਪਬਲਿਕਨ ਗਵਰਨਰ ਟਾਟੇ ਰੀਵੀਸ ਨੇ ਬੁੱਧਵਾਰ ਨੂੰ ਸੂਬੇ ਦੀ ਵਿਧਾਨ ਸਭਾ ਤੋਂ ਪਾਸ ਬਿੱਲ ਗਿਣਤੀ 770 ਨੂੰ ਆਪਣੀ ਮਨਜ਼ੂਰੀ ਦਿੱਤੀ ਜੋ 1 ਜੁਲਾਈ ਤੋਂ ਕਾਨੂੰਨ ਦੇ ਰੂਪ ਵਿੱਚ ਲਾਗੂ ਹੋਏਗਾ। ਜ਼ਿਕਰਯੋਗ ਹੈ ਕਿ ਸਾਲ 1963 ਵਿੱਚ ਅਮਰੀਕਾ ਦੇ ਸੰਘੀ ਕਾਨੂੰਨ ਵਿੱਚ ਬਰਾਬਰ ਕੰਮ ਕਰਨ ਲਈ ਬਰਾਬਰ ਤਨਖਾਹ ਦਾ ਪ੍ਰਬੰਧ ਹੈ, ਪਰ ਸਾਲ 2019 ਚ ਅਲਾਬਾਮਾ ਸੂਬੇ ਵੱਲੋਂ ਕੀਤੇ ਇਹ ਕਾਨੂੰਨ ਲਾਗੂ ਕੀਤੇ ਜਾਣ ਤੋਂ ਬਾਅਦ ਮਿਸਿਸਿਪੀ ਇੱਕ ਅਜਿਹਾ ਅਮਰੀਕੀ ਸੂਬਾ ਬਚ ਗਿਆ ਸੀ ਜਿੱਥੇ ਇਹ ਕਾਨੂੰਨ ਲਾਗੂ ਨਹੀਂ ਸੀ। ਮਿਸਿਸਿਪੀ ਯੂਨੀਵਰਸਿਟੀ ਖੋਜ ਕੇਂਦਰ ਵੱਲੋਂ ਸਾਲ 2017 ਵਿੱਚ ਜਾਰੀ ਇੱਕ ਰਿਪੋਰਟ ਮੁਤਾਬਕ ਸੂਬੇ 'ਚ ਫੁੱਲ ਟਾਈਮ ਕੰਮ ਕਰਨ ਵਾਲੀਆਂ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ 27% ਤੱਕ ਘੱਟ ਤਨਖਾਹ ਮਿਲਦੀ ਹੈ, ਜਦਕਿ ਰਾਸ਼ਟਰੀ ਪੱਧਰ ਤੇ ਇਹ ਅੰਤਰ 19% ਹੈ। ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਰਿਪਬਲਿਕਨ ਸੈਨੇਟਰ ਔਰੇਨ ਜੀ ਹੈਚ ਦੀ ਸ਼ਨੀਵਾਰ ਨੂੰ 88 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਹਨਾਂ ਨੇ 4 ਦਹਾਕਿਆਂ ਤੋਂ ਵੱਧ ਸਮੇਂ ਲਈ ਯੂਟਾ ਦੀ ਰਾਜਨੀਤੀ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ। ਉਹਨਾਂ ਦੀ ਫਾਊਂਡੇਸ਼ਨ ਨੇ ਇੱਕ ਬਿਆਨ ਵਿੱਚ ਉਹਨਾਂ ਦੇ ਦੇਹਾਂਤ ਦਾ ਐਲਾਨ ਕੀਤਾ। ਬਿਆਨ ਵਿੱਚ ਮੌਤ ਦਾ ਕਾਰਨ ਨਹੀਂ ਦੱਸਿਆ ਗਿਆ। ਆਰਥਿਕ ਅਤੇ ਸਮਾਜਿਕ ਮੁੱਦਿਆਂ ਤੇ ਰੂੜੀਵਾਦੀ ਰੁਖ ਅਪਣਾਉਣ ਅਤੇ ਹੈਚ ਸਟੈਮ ਸੈੱਲ ਤੇ ਖੋਜ ਤੋਂ ਲੈ ਕੇ ਅਪਾਹਜ ਲੋਕਾਂ ਦੇ ਅਧਿਕਾਰਾਂ ਤੱਕ ਦੇ ਕਈ ਮੁੱਦਿਆਂ ਤੇ ਆਪਣੇ ਲੰਬੇ ਕਰੀਅਰ ਵਿੱਚ ਕਈ ਵਾਰ ਡੈਮੋਕ੍ਰੇਟ ਸੰਸਦ ਮੈਂਬਰਾਂ ਨਾਲ ਵੀ ਖੜੇ ਹੋਏ। ਉਹਨਾਂ ਨੇ ਗਰਭਪਾਤ ਦੀ ਸੀਮਾ ਵਰਗੇ ਮੁੱਦਿਆਂ ਲਈ ਵੀ ਲੌਬਿੰਗ ਕੀਤੀ ਅਤੇ US ਸੁਪਰੀਮ ਕੋਰਟ ਨੂੰ ਆਕਾਰ ਦੇਣ ਵਿੱਚ ਮਦਦ ਕੀਤੀ। ਬਾਅਦ ਵਿੱਚ ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹਿਯੋਗੀ ਬਣੇ। ਉਹ ਆਪਣੇ ਪਿੱਛੇ ਪਤਨੀ ਐਲਨ ਅਤੇ 6 ਬੱਚੇ ਛੱਡ ਗਏ ਨੇ। ਹੈਚ ਨੇ 1976 ਵਿੱਚ ਚੋਣ ਜਿੱਤੀ ਅਤੇ ਯੂਟਾ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਸੈਨੇਟਰ ਸਨ ਅਤੇ 2012 ਵਿੱਚ 7ਵੀਂ ਵਾਰ ਚੁਣੇ ਗਏ ਸਨ। रूस की फौज ने कहा कि उसने विस्फोटक समग्री बनाने वाली यूक्रेन की एक फैक्ट्री कई तोपखानियां ते सैकड़े होर ठिकाणियां नूं निशाना बनाया है। रूसी रक्षा मंत्रालय के बुलारे मेजर जनरल इगोर ने ऐतवार नूं कहा कि फौज ने मध्य यूक्रेन के नीप्रो खेतर च
ਪਾਵਲ ਹੋਰਾਦ ਨੇੜੇ ਇੱਕ ਵਿਸਫੋਟਕ ਸਮੱਗਰੀ ਬਣਾਉਣ ਵਾਲੀ ਫੈਕਟਰੀ ਨੂੰ ਨਸ਼ਟ ਕਰਨ ਲਈ ਇੱਕ ਮਿਜ਼ਾਈਲ ਨਾਲ ਹਮਲਾ ਕੀਤਾ। ਕੋਨਾਸ਼ੇਨਕੋਵ ਨੇ ਕਿਹਾ ਕਿ ਰੂਸੀ ਫੌਜ ਨੇ ਖਾਰਕਿਵ ਖੇਤਰ ਦੇ ਵਾਰਵਿੰਕੋਵ, ਨੋਵਾ ਦਮਿਤਰੀਵਾਕਾ, ਇਵਾਨੀਵਾਕਾ ਅਤੇ ਵੇਲਕਾ ਕੁਮੀਸ਼ੂਵਾਕਾ ਵਿਖੇ ਕਈ ਤੋਪਖਾਨਿਆਂ ਤੇ ਹਮਲੇ ਕੀਤੇ। ਉਹਨਾਂ ਨੇ ਕਿਹਾ ਕਿ ਰੂਸੀ ਤੋਪਾਂ ਨੇ ਰਾਤੋਂ-ਰਾਤ 423 ਯੂਕਰੇਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਰੂਸੀ ਲੜਾਕੂ ਜਹਾਜ਼ਾਂ ਨੇ ਯੂਕਰੇਨ ਦੇ 26 ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। रूस ਅਤੇ यूक्रेन ਵਿਚਾਲੇ ਜੰਗ ਨੂੰ 2 ਮਹੀਨੇ ਬੀਤ ਚੁੱਕੇ ਨੇ। ਫਿਲਹਾਲ ਇਸ ਤੇ ਰੁਕਣ ਦੀ ਸੰਭਾਵਨਾ ਘੱਟ ਜਾਪਦੀ ਹੈ। रूस यूक्रेन ਤੇ ਲਗਾਤਾਰ ਆਪਣੇ ਹਮਲੇ ਤੇਜ਼ ਕਰ ਰਿਹਾ ਹੈ। ਇਸ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਸਕੱਤਰ ਲਾਇਡ ਆਸਟਿਨ ਐਤਵਾਰ ਨੂੰ ਕੀਵ ਜਾਣ ਵਾਲੇ ਸਨ ਤੇ ਜਿਸ ਦੌਰਾਨ ਉਹ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨਾਲ ਮੁਲਾਕਾਤ ਵੀ ਕਰ ਸਕਦੇ ਸਨ। ਇਹ ਪਹਿਲੀ ਵਾਰ ਹੈ ਜਦੋਂ ਰੂਸ ਨਾਲ ਜੰਗ ਦੇ ਵਿਚਕਾਰ ਜ਼ੈਲੈਂਸਕੀ ਕਿਸੇ ਅਮਰੀਕੀ ਮੰਤਰੀ ਨਾਲ ਮੁਲਾਕਾਤ ਕਰਨਗੇ। ਇਹ ਬੈਠਕ ਮੁੱਖ ਤੌਰ ਤੇ अपील ਤੇ यूक्रेन ਨੂੰ ਦਿੱਤੇ ਗਏ ਸ਼ਕਤੀਸ਼ਾਲੀ ਹਥਿਆਰਾਂ ਨੂੰ ਲੈ ਕੇ ਹੋਵੇ ਸਕੇਗੀ। ਹਾਲਾਂਕਿ ਵਾਈਟ ਹਾਊਸ ਨੇ ਅਜੇ ਤੱਕ ਇਹਨਾਂ ਦੋਹਾਂ ਨੇਤਾਵਾਂ ਦੀ ਕੀਵ ਯਾਤਰਾ ਦੀ ਪੁਸ਼ਟੀ ਵੀ ਨਹੀਂ ਕੀਤੀ ਹੈ। ਪੈਂਟਾਗਨ ਨੇ ਵੀ ਇਸ ਬਾਰੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ਦੇ ਰੂਸ ਨਾਲ ਪਿਛਲੇ ਕਈ ਸਾਲਾਂ ਤੋਂ ਰੱਖਿਆ ਖੇਤਰ ਵਿੱਚ ਸੰਬੰਧ ਨੇ। ਇਹ ਸੰਬੰਧ ਉਦੋਂ ਤੋਂ ਨੇ ਜਦੋਂ ਭਾਰਤ ਦੇ ਇੱਕ ਭਾਈਵਾਲ ਵਜੋਂ ਅਮਰੀਕਾ ਮੌਜੂਦ ਨਹੀਂ ਸੀ। ਅਮਰੀਕਾ ਭਾਰਤ ਦੀ ਇਸ ਸਥਿਤੀ ਤੋਂ ਭਲੀ ਭਾਂਤ ਜਾਣੂ ਹੈ। ਇਹ ਪ੍ਰਗਟਾਵਾ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਚੋਟੀ ਦੇ ਸਲਾਹਕਾਰ ਡੈਰੇਕ ਚੌਲੇਟ ਨੇ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਵਿੱਚ ਕੌਂਸਲਰ ਵਜੋਂ ਤਾਇਨਾਤ ਚੌਲੇਟ ਨੇ ਕਿਹਾ ਕਿ ਅਮਰੀਕਾ ਭਾਰਤ ਦਾ ਸਮਰਥਨ ਕਰਦਾ ਹੈ ਤੇ ਅਮਰੀਕਾ ਤੇ ਭਾਰਤ ਵਿਚਾਲੇ ਭਾਈਵਾਲੀ ਦੀਆਂ ਬਹੁਤ ਸੰਭਾਵਨਾਵਾਂ ਨੇ। ANI ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਚੌਲੇਟ ਨੇ ਕਿਹਾ ਕਿ ਰੂਸ ਤੇ ਭਾਰਤ ਵਿਚਾਲੇ ਸੰਬੰਧਾਂ ਦੀ ਕਈ ਦਹਾਕੇ ਪੁਰਾਣੀ ਦਾਸਤਾਨ ਹੈ, ਪਰੰਤੂ ਅੱਜ ਅਸੀਂ ਵੱਖਰੀ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਾਂ। ਅੱਜ ਹਕੀਕਤ ਕੁਝ ਹੋਰ ਹੈ। ਉਹਨਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਅਮਰੀਕਾ ਤੇ ਭਾਰਤ ਵਿਚਾਲੇ ਰੱਖਿਆ ਖੇਤਰ 'ਚ ਸੰਬੰਧ ਨਾਟਕੀ ਢੰਗ ਨਾਲ ਬਦਲੇ ਨੇ। ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਤੇ ਰੱਖਿਆ ਮੰਤਰੀ ਲਾਇਡ ਆਸਟਿਨ ਦੀ ਆਪਣੇ ਭਾਰਤੀ ਹਮਰੁਤਬਾ ਨਾਲ ਹੋਈ 2 ਵਾਰ 2+ ਗੱਲਬਾਤ ਨੇ ਦੋਵਾਂ ਦੇਸ਼ਾਂ ਵਿਚਾਲੇ ਸੰਬੰਧ ਨੂੰ ਹੋਰ ਸਪਸ਼ਟ ਕੀਤਾ ਹੈ। ਚੌਲੇਟ ਨੇ ਵੀ ਦਾਅਵਾ ਕੀਤਾ ਹੈ ਕਿ ਰੂਸ ਆਪਣੇ ਉੱਪਰ ਲੱਗੀਆਂ ਆਰਥਿਕ ਪਾਬੰਦੀਆਂ ਕਾਰਨ ਪਹਿਲੀਆਂ ਵਾਲੀਆਂ ਕੀਮਤ ਉੱਪਰ ਫੌਜੀ ਸਾਜ਼ੋ ਸਮਾਨ ਨਹੀਂ ਦੇ ਸਕੇਗਾ ਤੇ ਰੂਸ ਦੇ ਕੁਝ ਹਥਿਆਰ ਬਣਾਉਣ ਦੇ ਕਾਰਖਾਨਿਆਂ 'ਚ ਉਤਪਾਦਕ ਬੰਦ ਹੋ ਗਿਆ ਕਿਉਂਕਿ ਉਹਨਾਂ ਨੂੰ ਹਿੱਸੇ ਪੁਰਜੇ ਦਰਾਮਦ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ। ਪਾਕਿਸਤਾਨ ਦੀ ਨੈਸ਼ਨਲ ਸਿਕਿਉਰਿਟੀ ਕਮੇਟੀ ਯਾਨੀ ਕਿ NSC ਨੇ 15 ਦਿਨਾਂ ਵਿੱਚ ਦੂਜੀ ਵਾਰ ਸਾਫ਼ ਕਰ ਦਿੱਤਾ ਹੈ ਕਿ ਇਮਰਾਨ ਖਾਨ ਸਰਕਾਰ ਦੇ ਡਿੱਗਣ ਵਿੱਚ ਕਿਸੇ ਵਿਦੇਸ਼ੀ ਤਾਕਤ ਦਾ ਹੱਥ ਨਹੀਂ ਹੈ। ਇਮਰਾਨ ਖਾਨ ਲਈ NSC ਦਾ ਇਹ ਬਿਆਨ ਬਹੁਤ ਵੱਡਾ ਝਟਕਾ ਹੈ ਕਿਉਂਕਿ ਉਹ ਆਪਣੀ ਹਰ ਰੈਲੀ ਵਿੱਚ ਦੋਸ਼ ਲਾਉਂਦੇ ਰਹੇ ਨੇ ਕਿ ਉਹਨਾਂ ਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਅਮਰੀਕਾ ਦੇ ਇਸ਼ਾਰੇ ਤੇ ਲਿਆਇਆ ਗਿਆ ਸੀ। NSC ਦੀ ਇੱਕ ਮੀਟਿੰਗ ਪਿਛਲੇ ਮਹੀਨੇ ਹੋਈ ਸੀ। ਉਦੋਂ ਇਮਰਾਨ ਪ੍ਰਧਾਨ ਮੰਤਰੀ ਸਨ। ਉਦੋਂ ਵੀ ਮੀਟਿੰਗ ਦੇ ਮਿੰਟਸ ਜਾਰੀ ਕੀਤੇ ਗਏ ਸੀ ਤੇ ਫੌਜ ਨੇ ਸਾਫ਼ ਕਰ ਦਿੱਤਾ ਸੀ ਕਿ ਵਿਦੇਸ਼ੀ ਸਾਜ਼ਿਸ਼ ਦੇ ਕੋਈ ਸਬੂਤ ਨਹੀਂ ਮਿਲੇ ਹਨ। NSC ਦੀ ਸ਼ੁੱਕਰਵਾਰ ਨੂੰ ਮੀਟਿੰਗ ਹੋਈ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਸ ਦੀ ਪ੍ਰਧਾਨਗੀ ਕੀਤੀ। ਖਾਸ ਗੱਲ ਇਹ ਹੈ ਕਿ ਇਸ ਵਿੱਚ ਉਹ ਅਸਦ ਮਜੀਦ ਵੀ ਸ਼ਾਮਲ ਹੋਏ ਜਿਨ੍ਹਾਂ ਦੇ ਕਥਿਤ ਲੈਟਰ ਤੇ ਵਿਵਾਦ ਹੈ। ਸ਼ਹਿਬਾਜ਼ ਤੇ ਮਜੀਦ ਤੋਂ ਇਲਾਵਾ ਜੁਆਇੰਟ ਚੀਫ ਸਟਾਫ ਜਨਰਲ ਨਦੀਮ ਰਜ਼ਾ, ਆਰਿਮ ਚੀਫ ਜਨਰਲ ਕਮਾਰ ਜਾਵੇਦ ਆਦਿ शामिल सन। बीते दिन अमेरिका के सूबे इलिनॉइस की यूनियन काउंटी विच इलिनॉइस के रूट नंबर 3 ते एक कार की टक्कर विच हैदराबाद सूबे के तेलगू नौजवान की मौत हो जाने के बारे सूचना है, जदों कि उन्होंने 3 होर दोस्त गंभीर रूप में जख्मी हो गए। बीते दिन वीरवार नूं तड़के 4:15 ते वापरे एक हादसे विच दूजी कार के ड्राइवर की भी मौत हो गई। इन्हां नौजवानों की पहचान दक्षिणी इलिनॉइस यूनीवर्सिटी काबॉनडेल के सारे विद्यार्थियों के वजों हुई है। मारे गए भारतीय मूल के विद्यार्थी जिन्हां दा पिछोकड़ हैदराबाद है की पछाण बच्चूपल्ली के वंशी कृष्णा पेचेटी और खमसम के पवन सवरना के वजों हुई है। इस हादसे विच जख्मियों विच कल्याण दौरना, कार्तिक और जशवंत उलपति के नाम शामिल ने। अमेरिका के सूबे इलिनॉइस स्टेट पुलिस के हवाले नाल कहा गया है कि कार के ड्राइवर की मैरी म्यूनियार इलिनॉइस रूट 3 ते दक्षिण वाल जा रही सी जदों उसने सेंटर लाइन पार की ते एक होर वाहन दे नाल सामने तो टक्कर मार दी। पिचेती ते सवरना नूं घटना स्थान ते ही मौके ते ही मृतक ऐलान कर दिता गया सी। दौरना काकामुन ते उलपति नां दे नौजवानां नूं गैर जानलेवा सट्टां दे नाल एक खेतरी हस्पताल विच लिजाया गया जिन्हां दा उत्थे इलाज चल रहा है। विदेश विच आउण वालीआं माड़ीआं खबरां रुकण दा नाम नहीं लै रहीआं। लंघी रात अमेरिका के नॉर्थ वेस्ट फ्रिजनो के वाटर पार्क कोल एक भयानक कार हादसा वापरिया। इस दौरान
शुक्रवार तकरीबन अद्धी रात एक तेज रफ्तार जीप जिस विच 4 नौजवान सवार सन बिजली के खंभे नाल जा टकराई ਅਤੇ पलट गई, जिस दौरान पिछली सीट ते बैठे 2 नौजवान जीप तो बाहर जा डिगे ਅਤੇ ਥਾਂ दम तोड़ गए। तीसरा व्यक्ति जो ड्राइवर के नाल वाली सीट ते बैठा सी वो गंभीर जख्मी पाया गया। उसनूं स्थानक कम्यूनिटी हस्पताल पहुंचाया गया, जदों कि ड्राइवर घटना वाली स्थान तो बच निकलिया। ਜ਼ਖਮੀ ਨੌਜਵਾਨ ਦੇ ਬਿਆਨ ਦੇ ਆਧਾਰ ਤੇ ਜਦੋਂ ਪੁਲਿਸ ਉਕਤ ਨੌਜਵਾਨਾਂ ਦੇ ਅਪਾਰਟਮੈਂਟ ਵਿੱਚ ਅੱਪੜੀ ਤਾਂ ਉਹਨਾਂ ਨੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਪੁਲਿਸ ਮੁਤਾਬਕ ਅਪਾਰਟਮੈਂਟ ਇੰਨਾ ਕੁ ਗੰਦਾ ਸੀ ਕਿ ਉੱਥੇ ਜਾਣਕਾਰੀ ਇਕੱਤਰ ਕਰਨ ਲਈ ਖੜਨਾ ਵੀ ਮੁਸ਼ਕਿਲ ਰਿਹਾ ਸੀ। ਥਾਂ-ਥਾਂ ਸ਼ਰਾਬ ਦੀਆਂ ਪਈਆਂ ਖਾਲੀ ਬੋਤਲਾਂ ਸੀ, ਸਿਗਰਟ ਦੇ ਟੋਟੇ, ਸਿੰਕ ਵਿੱਚ ਲੱਗਾ ਗੰਦਗੀ ਦਾ ਢੇਰ। ਐਕਸੀਡੈਂਟ ਬਾਰੇ ਸਭ ਕੁਝ ਬਿਆਨ ਕਰ ਰਿਹਾ ਸੀ ਕਿ ਇਹ ਐਕਸੀਡੈਂਟ ਕੋਈ ਸਧਾਰਨ ਨਹੀਂ ਹੈ, बल्कि इस विच शराब, तेज रफ्तार सब कुछ शामिल है। पुलिस मुताबक चारे नौजवान भारत के हरियाणा सूबे नाल संबंधित ने ਅਤੇ हाले इन्हां दी पहचान जारी नहीं की गई, पर पुलिस ड्राइवर की भाल कर रही है जिस ते भारी चार्ज लगण की संभावना है। पिछले दिनी भारत तो खालसे का साजना दिवस विसाखी का दिहाड़ा मनाउण लई सिख श्रद्धालुओं के जत्थे विच शामिल होकर पाकिस्तान गए ਉਹ 2 सिख श्रद्धालु पाकिस्तान तो वाघा अटारी सरहद रस्ते अपने वापस वतन परत आए ने। ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਵਾਪਸ ਪਰਤਣ ਦੇ ਮੌਕੇ ਸਿੱਖ 2 ਸ਼ਰਧਾਲੂ ਇਸ ਕਰਕੇ ਰਹਿ ਗਏ ਸੀ ਕਿ ਦੋਹਾਂ ਦੇ ਪਾਸਪੋਰਟ ਗੁੰਮ ਹੋ ਗਏ ਸੀ, ਜਿਨ੍ਹਾਂ ਦੇ ਐਮਰਜੈਂਸੀ ਹਾਲਾਤਾਂ ਵਿੱਚ ਪਾਕਿਸਤਾਨੀ ਸਰਕਾਰ ਨੇ ਪਾਕਿਸਤਾਨ ਸਥਿਤ ਭਾਰਤੀ ਦੂਤਘਰ ਨਾਲ ਸੰਪਰਕ ਕਰਦਿਆਂ ਇਹਨਾਂ 2 ਸਿੱਖ ਸ਼ਰਧਾਲੂਆਂ ਦੇ ਤਤਕਾਲ ਪਾਸਪੋਰਟ ਭਾਰਤੀ ਹਾਈ ਕਮਿਸ਼ਨ ਪਾਕਿਸਤਾਨ ਤੋਂ ਵੰਡਵਾ ਕੇ ਭੇਜ ਦਿੱਤਾ ਹੈ। ਵਿਸਾਖੀ ਦੇ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਤੱਕ ਸਜਾਏ ਗਏ 2 ਭਾਰਤੀ ਸਿੱਖ ਸ਼ਰਧਾਲੂ ਸਰਦਾਰ ਨਿਸ਼ਾਵਰ ਸਿੰਘ ਤੇ ਲਖਬੀਰ ਸਿੰਘ ਨੂੰ ਪਾਕਿਸਤਾਨ ਸਰਕਾਰ ਨੇ 7 ਦਿਨਾਂ ਦਾ ਐਮਰਜੈਂਸੀ ਵੀਜ਼ਾ ਦੇ ਕੇ ਲਾਹੌਰ ਗੁਰਦੁਆਰਾ ਸਾਹਿਬ ਪਾਕਿਸਤਾਨ ਵਿਖੇ ਰੱਖਿਆ ਗਿਆ ਸੀ। ਜਿਨ੍ਹਾਂ ਦੇ ਐਮਰਜੈਂਸੀ ਪਾਸਪੋਰਟ ਬਣਵਾਉਣੇ ਅੱਜ ਉਹਨਾਂ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮੀਰ ਸਿੰਘ, ਗਿਆਨੀ ਰਣਜੀਤ ਸਿੰਘ, ਹੈੱਡ ਗ੍ਰੰਥੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ, ਵਧੀਕ ਸਕੱਤਰ ਇਮਰਾਨ ਟੇਕਰ ਹਜ਼ਰਤ ਅਬਾਸ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਨੇ ਸਾਂਝੇ ਤੌਰ ਤੇ ਦੋਵੇਂ ਭਾਰਤੀ ਸਿੱਖ ਸ਼ਰਧਾਲੂਆਂ ਦੇ ਗਲਾਂ ਵਿੱਚ ਹਾਰ ਬੁੱਕੇ ਦੇ ਕੇ ਪਾਕਿਸਤਾਨ ਤੋਂ ਸਰਹੱਦ ਰਸਤੇ ਭਾਰਤ ਲਈ ਅਲਵਿਦਾ ਕੀਤਾ। ਭਾਰਤ ਪੁੱਜੇ ਦੋਵੇਂ ਸਿੱਖ ਸ਼ਰਧਾਲੂਆਂ ਨੇ ਜਿੱਥੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਉਹਨਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਗਏ ਪਿਆਰ ਸਤਿਕਾਰ ਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ। ਕੋਨਕਾੜ ਦੇ ਵੂਡਡ ਖੇਤਰ ਵਿੱਚ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਮਿਲਣ ਦੀ ਖਬਰ ਹੈ, ਜਿਨ੍ਹਾਂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ। डिप्टी चीफ मैडिकल एग्जामिनर मिशेल बीनवर्ग अनुसार मृतकों की पछाण डजवेंडर रीड 66 साल ते स्टीफन रीड 67 वजों हुई है। उन्होंने कई गोलियां मारियां गईयां। मिली जानकारी अनुसार जोड़ा घर तो बीते दिन दोपहर 2:22 ते सैर लई गया सी, पर वापस घर नहीं परतिया। पुलिस ने इस भेद परे कतल की गुत्थी सुलझाउण लई लोकां कोलों मदद मंगी है। पुलिस ने आम लोगों को कहा है कि वह आम जिंदगी विच एहतियात वरतण ते सैर जां जरूरी कामकार लई जाण समय चौकस रहण। रूस ते यूक्रेन विचाले जंग नूं 60 दिन तो बाद दा समा हो गया, पर यह हाले भी रुकण दा नाम नहीं लै रही। रूस ਵੱਲੋਂ यूक्रेन ते लगातार हमले किए जा रहे ने। यूक्रेन के ਵੱਡੇ शहर रूस के हमलिਆਂ नाल तबाह हो चुके ने ते खंडर बन चुके ने। यूक्रेन के राष्ट्रपति जेलेंस्की ने जारी जंग नूं खत्म करन लई रूसी राष्ट्रपति पुतिन नाल मिल के चल रहे युद्ध नूं खत्म करन दी अपील की है। कीव के एक मैट्रो स्टेशन ते पत्रकारां नाल गल करते हुए जेलेंस्की ने कहा कि मैनूं लगदा है कि जिसने युद्ध शुरू किया सो इसनूं खत्म कर सकेगा। जेलेंस्की इस तो पहला भी कई बार पुतिन नूं जंग खत्म करने लई अपील कर चुके हैं। इस दे नाल ही दोहां देशां दे वफद ਵੱਖ-ਵੱਖ ਥਾਵਾਂ ਤੇ कई बार गलबात कर चुके हैं, पर नतीजा कुछ नहीं निकलिया। इस दे नाल ही दुनिया भर के देशों नूं लगातार चेतावनी देने वाले यूक्रेन के राष्ट्रपति जेलेंस्की कह रहे हैं कि रूस जल्दी ही यूक्रेन ते परमाणु हमला कर सकता है। जेलेंस्की ने हुण कहा कि रूस परमाणु हथियारों की वरतों उदों ही करेगा जदों वो पूरी तरह अपनी बुद्धि गवा देगा। फ्रांस के राष्ट्रपति इमैनुअल मैक्रोन ने एतवार नूं राष्ट्रपति चोण जित लई है। उन्होंने 58.2% वोट मिले। मैक्रोन नूं इह जित लगातार दूजी बार राष्ट्रपति चोण विच मिली, जिस विच उन्होंने विरोधी नेता मारियन ले पेन नूं हराया।
ਮੈਕਰੋਨ ਦੀ ਜਿੱਤ ਤੋਂ ਬਾਅਦ ਦੁਨੀਆ ਭਰ ਦੇ ਨੇਤਾਵਾਂ ਵੱਲੋਂ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਮੈਕਰੋਨ ਨੂੰ ਮੁੜ ਫਰਾਂਸ ਦੇ ਰਾਸ਼ਟਰਪਤੀ ਚੁਣੇ ਜਾਣ ਤੇ ਟਵੀਟ ਕਰਕੇ ਵਧਾਈ ਦਿੱਤੀ ਹੈ। ਯੂਰੋਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਇੱਕ ਵਧਾਈ ਸੰਦੇਸ਼ ਵਿੱਚ ਕਿਹਾ, ਅਸੀਂ 5 ਹੋਰ ਸਾਲਾਂ ਲਈ ਫਰਾਂਸ ਉੱਤੇ ਭਰੋਸਾ ਕਰ ਸਕਦੇ ਹਾਂ। ਜਰਮਨ ਚਾਂਸਲਰ ਓਲਾਫ ਸਕੋਲਜ਼ ਨੇ ਟਵਿੱਟਰ ਤੇ ਮੈਕਰੋਨ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਕਿਹਾ, ਮੈਨੂੰ ਖੁਸ਼ੀ ਹੈ ਕਿ ਅਸੀਂ ਆਪਣਾ ਚੰਗਾ ਸਹਿਯੋਗ ਜਾਰੀ ਰੱਖਾਂਗੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਫਰਾਂਸ ਦੇ ਰਾਸ਼ਟਰਪਤੀ ਨੂੰ ਵਧਾਈ ਦਿੰਦੇ ਹੋਏ ਕਿਹਾ, ਫਰਾਂਸ ਸਾਡੇ ਸਭ ਤੋਂ ਨਜ਼ਦੀਕੀ ਅਤੇ ਸਭ ਤੋਂ ਮਹੱਤਵਪੂਰਨ ਸਹਿਯੋਗੀਆਂ ਵਿੱਚੋਂ ਇੱਕ ਹੈ। ਉਹਨਾਂ ਨੇ ਇਹ ਵੀ ਕਿਹਾ, ਫਰਾਂਸ ਦੇ ਰਾਸ਼ਟਰਪਤੀ ਦੇ ਤੌਰ ਤੇ ਤੁਹਾਨੂੰ ਦੁਬਾਰਾ ਚੁਣੇ ਜਾਣ ਤੇ ਵਧਾਈ। ਫਰਾਂਸ ਸਾਡੇ ਸਭ ਤੋਂ ਨਜ਼ਦੀਕ ਅਤੇ ਸਭ ਤੋਂ ਮਹੱਤਵਪੂਰਨ ਸਹਿਯੋਗੀਆਂ ਵਿੱਚੋਂ ਇੱਕ ਹੈ। ਮੈਂ ਉਹਨਾਂ ਮੁੱਦਿਆਂ ਤੇ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ ਜੋ ਸਾਡੇ ਦੇਸ਼ਾਂ ਅਤੇ ਦੁਨੀਆ ਦੋਵਾਂ ਲਈ ਮਹੱਤਵਪੂਰਨ ਨੇ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, ਅਸੀਂ ਕੈਨੇਡਾ ਅਤੇ ਫਰਾਂਸ ਦੇ ਲੋਕਾਂ ਲਈ ਸਭ ਤੋਂ ਮਹੱਤਵਪੂਰਨ ਮੁੱਦਿਆਂ ਤੇ ਆਪਣਾ ਕੰਮ ਜਾਰੀ ਰੱਖਣ ਦੀ ਉਮੀਦ ਰੱਖਦੇ ਹਾਂ, ਜਿਸ ਵਿੱਚ ਲੋਕਤੰਤਰ ਦੀ ਰੱਖਿਆ, ਜਲਵਾਯੂ ਤਬਦੀਲੀ ਨਾਲ ਲੜਨ, ਚੰਗੀਆਂ ਨੌਕਰੀਆਂ ਪੈਦਾ ਕਰਨ ਅਤੇ ਮੱਧ ਵਰਗ ਲਈ ਆਰਥਿਕ ਵਿਕਾਸ ਸ਼ਾਮਲ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰੁਣ ਕੌਰ ਮਾਨੂ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।